ਹੈਲੋ ਸਟੂਡੈਂਟਸ, ਅੱਜ ਅਸੀਂ ਜਿਹੜਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ ਦਾ ਚੈਪਟਰ ਚੱਲ ਰਿਹਾ ਆ ਵਾਲਾ ਪੇਪਰ ਸੀ, ਉਹਦੇ 'ਚ ਫਸਟ ਚੈਪਟਰ ਆਪਾਂ ਕੀਤਾ ਸੀਗਾ ਦੈਟ ਇਜ਼ ਕੈਲਕੂਲਸ ਆਫ ਵੈਕਟਰਸ। ਹੁਣ ਉਹਦੇ 'ਚ ਸੈਕੰਡ ਚੈਪਟਰ ਹੈ ਕੂਲਮਸ ਲਾ ਐਂਡ ਇਲੈਕਟ੍ਰਿਕ ਫੀਲਡ। ਸੋ ਉਹਦੇ ਕੁਝ ਟੌਪਿਕਸ ਅੱਜ ਅਸੀਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। So main topics ਨੇ electric field due to infinite wire, due to circular ring and due to circular disk। So ਸਭ ਤੋਂ ਪਹਿਲਾਂ ਕੂਲਮਸ ਲਾ। ਸੋ ਕੂਲਮਸ ਲਾ ਤੁਸੀਂ ਪੜ੍ਹਿਆ ਹੋਇਆ +2 ਦੇ ਵਿੱਚ। ਸੋ ਜਿਹੜਾ ਕੂਲਮਸ ਲਾ ਹੈ, it gives you the expression for electrostatic force of repulsion or attraction between two point charges। ਕੋਈ ਵੀ ਪੁਆਇੰਟ ਚਾਰਜਸ ਨੇ Q1 ਤੇ Q2, ਉਹਨਾਂ ਦੇ ਬਿਟਵੀਨ ਕਿੰਨੀ ਫੋਰਸ ਆਫ ਅਟਰੈਕਸ਼ਨ ਜਾਂ ਰਿਪਲਸ਼ਨ ਹੈ, ਦੈਟ ਇਜ਼ ਗਿਵਨ ਬਾਈ ਦਿਸ ਕੂਲਮਸ ਲਾ। ਇਹ ਆਪਾਂ ਨੂੰ ਪਤਾ ਕਿ ਚਾਰਜ ਸਕੇਲਰ ਕੁਆਂਟਿਟੀ ਹੈ, ਇਹਦਾ ਯੂਨਿਟ ਕੂਲਮ ਹੁੰਦਾ ਹੈ, ਤੇ ਲਾਈਕ ਚਾਰਜਸ ਰਿਪੈਲ ਕਰਦੇ ਆ ਤੇ ਅਨਲਾਈਕ ਚਾਰਜਸ ਅਟਰੈਕਟ ਕਰਦੇ ਆ। ਸੋ ਵੈਕਟਰ ਫਾਰਮ ਦੇ ਵਿੱਚ ਅਕੋਰਡਿੰਗ ਟੂ ਦਿਸ ਡਾਇਗਰਾਮ ਵੀ ਗੈਟ this expression for Coulomb's law। ਇਹ ਜਿਹੜਾ ਐਕਸਪ੍ਰੈਸ਼ਨ ਹੈ ਉਹਨੂੰ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਡਿਰਾਈਵ ਨਹੀਂ ਕੀਤਾ ਬਿਕੋਜ਼ ਯੂ ਹੈਵ ਡਨ ਇਨ ਯੋਰ +2 ਕਲਾਸ। ਸੋ ਇਹਦੇ ਵਿੱਚ ਕੀ ਹੈ ਕਿ the force between the two charges, it is directly proportional to the product of two charges and it is inversely proportional to the distance between the two charges। ਸੋ ਇਹਦਾ ਵੈਕਟਰ ਫਾਰਮ ਦੇ ਵਿੱਚ ਆਹ ਰਿਲੇਸ਼ਨ ਬਣਦਾ ਆ, R2 ਐਂਡ R1 ਦੇ ਆਰ ਪੋਜੀਸ਼ਨ ਵੈਕਟਰਸ ਨੇ। ਸੋ we get this electrostatic force in terms of this position vectors। K ਦੀ ਵੈਲਿਊ ਸਟੈਂਡਰਡ ਵੈਲਿਊ ਹੈ SI ਯੂਨਿਟਸ ਦੇ ਵਿੱਚ, it is 9 × 10⁹ ਨਿਊਟਨ ਮੀਟਰ ਸਕੇਅਰ ਪਰ ਕੂਲਮ ਸਕੇਅਰ। ਐਂਡ ਨੈਕਸਟ ਇਜ਼ ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਤੁਸੀਂ ਦੇਖੋ, it is the electrostatic force on a unit test charge। तो कोई टेस्ट चार्ज ਅਸੀਂ ਰੱਖਦੇ ਹਾਂ, ਉਹਦੇ ਉੱਤੇ ਕਿੰਨੀ ਇਲੈਕਟ੍ਰੋਸਟੈਟਿਕ ਫੋਰਸ ਲੱਗਦੀ ਹੈ, that is given by electric field। ਇਹਦੇ 'ਚ ਵੈਸੇ ਅਸੀਂ ਜਿਹੜਾ ਵੀ ਟੈਸਟ ਚਾਰਜ ਲੈਂਦੇ ਹਾਂ, ਟੈਸਟ ਚਾਰਜ ਇਜ਼ ਐਟ ਦੀ ਆਬਜ਼ਰਵੇਸ਼ਨ ਪੁਆਇੰਟ, ਜਿੱਥੇ ਅਸੀਂ ਇਲੈਕਟ੍ਰਿਕ ਫੀਲਡ ਫਾਈਂਡ ਕਰਨਾ ਚਾਹੁੰਦੇ ਹਾਂ, ਡੈਟ ਸ਼ੁੱਡ ਬੀ ਅਪਰੋਚਿੰਗ 0। ਅਸੀਂ ਪੜ੍ਹਦੇ ਹੁੰਦੇ ਸੀਗੇ ਵੀ 0 ਨੂੰ ਤਾਂ ਅਪਰੋਚ ਕਰਨਾ ਚਾਹੀਦਾ ਤਾਂ ਕਿ ਇਸ ਟੈਸਟ ਚਾਰਜ ਕਰਕੇ ਕੋਈ ਫੋਰਸ ਨਾ ਲੱਗੇ ਸੋਰਸ ਚਾਰਜ ਦੇ ਉੱਤੇ। ਸੋਰਸ ਚਾਰਜ ਕੀ ਹੁੰਦਾ, ਵਿਚ ਪ੍ਰੋਡਿਊਸ ਇਲੈਕਟ੍ਰਿਕ ਫੀਲਡ। ਕਿਉਂਕਿ ਅਗਰ ਉਹ ਫੋਰਸ ਲੱਗੇਗੀ ਸੋਰਸ ਚਾਰਜ ਦੇ ਉੱਤੇ, ਦੈਨ ਡੈਟ ਸੋਰਸ ਚਾਰਜ ਇਟ ਮੇ ਗੈਟ ਡਿਸਪਲੇਸਡ ਫਰੋਮ ਇਟਸ ਓਰੀਜਨਲ ਪੋਜੀਸ਼ਨ, ਉੱਥੋਂ ਡਿਸਪਲੇਸ ਹੋ ਸਕਦਾ ਆ। ਬਟ ਇਹ ਕੰਡੀਸ਼ਨ ਜਿਹੜੀ ਲਿਮਿਟ ਵਾਲੀ ਹੈ, ਇਹ ਅਸੀਂ ਅਵੋਇਡ ਕਰ ਸਕਦੇ ਹਾਂ ਇਫ ਬਾਈ ਐਨੀ ਮੀਨਸ ਆਈ ਕੈਨ ਫਿਕਸ ਦਾ ਸੋਰਸ ਚਾਰਜ। ਜੇ ਮੈਂ ਸੋਰਸ ਚਾਰਜ ਨੂੰ ਫਿਕਸ ਕਰ ਦੇਵਾਂ ਤਾਂ ਕਿ ਉਹ ਜਿਹੜੀ ਮਰਜ਼ੀ ਫੋਰਸ ਲੱਗੇ ਆਪਣੀ ਥਾਂ ਤੋਂ ਹਿੱਲੇ ਨਾ, ਦੈਨ ਯੂ ਡਜ਼ਨਟ ਨੀਡ ਦਿਸ ਕੰਡੀਸ਼ਨ ਆਫ Q0 ਅਪਰੋਚਿੰਗ 0। ਸੋ ਪ੍ਰੈਕਟੀਕਲ ਨੂਮੈਰੀਕਲਸ ਦੇ ਵਿੱਚ ਅਸੀਂ ਸਿੰਪਲ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਯੂਜ਼ ਕਰ ਸਕਦੇ ਹਾਂ, ਫੋਰਸ ਪਰ ਯੂਨਿਟ ਟੈਸਟ ਚਾਰਜ। ਹੁਣ ਲਿਮਿਟ ਨਹੀਂ ਲਗਾਈ ਬਿਕੋਜ਼ ਵੀ ਹੈਵ ਟੇਕਨ ਡੈਟ ਦ ਸੋਰਸ ਚਾਰਜ ਇਜ਼ ਫਿਕਸਡ। ਆਦੀ ਯੂਨਿਟਸ ਆ ਜਾਏਗੀ, ਫੋਰਸ ਦੀ ਯੂਨਿਟ ਨਿਊਟਨ ਹੈ, ਚਾਰਜ ਦੀ ਕੂਲਮ ਹੈ, ਨਿਊਟਨ ਪਰ ਕੂਲਮ। ਸੋ ਸਭ ਤੋਂ ਪਹਿਲਾਂ ਅਸੀਂ ਇਲੈਕਟ੍ਰਿਕ ਫੀਲਡ ਫਾਈਂਡ ਕਰਾਂਗੇ ਡਿਊ ਟੂ ਪੁਆਇੰਟ ਚਾਰਜ। ਸੋ ਪੁਆਇੰਟ ਚਾਰਜ ਮੇਰੇ ਕੋਲ ਇੱਥੇ Q ਹੈ। ਪੁਆਇੰਟ ਚਾਰਜ ਦਾ ਮਤਲਬ ਹੁੰਦਾ ਹੈ ਉਹ ਚਾਰਜ ਜਿਹਦੀਆਂ ਡਾਇਮੈਂਸ਼ਨਸ with respect to the distances of that charge from the origin as well as from the ਟੈਸਟ ਚਾਰਜ, ਉਹ ਜਿਹੜੇ ਡਿਸਟੈਂਸਿਸ ਨੇ ਉਹਦੇ ਮੁਕਾਬਲੇ ਉਹਦੀਆਂ ਜਿਹੜੀਆਂ ਡਾਇਮੈਂਸ਼ਨਸ ਨੇ ਉਹ ਨਾ ਦੇ ਬਰਾਬਰ ਆ, ਬਹੁਤ ਘੱਟ ਆ। ਸੋ ਅਸੀਂ ਉਹਨੂੰ ਪੁਆਇੰਟ ਚਾਰਜ ਮੰਨ ਲੈਂਦੇ ਹਾਂ। ਸੋ ਆਹ ਇੱਕ ਡਾਇਗਰਾਮ ਹੈ, ਹੇਅਰ ਇਜ਼ ਦਾ ਸੋਰਸ ਚਾਰਜ ਵਿਚ ਇਜ਼ ਦੀ ਪੁਆਇੰਟ ਚਾਰਜ ਐਂਡ ਡਿਊ ਟੂ ਦਿਸ ਪੁਆਇੰਟ ਚਾਰਜ ਇਲੈਕਟ੍ਰਿਕ ਫੀਲਡ ਵਿਲ ਬੀ ਪ੍ਰੋਡਿਊਸਡ ਐਟ ਪੁਆਇੰਟ P। ਤੇ P ਦੇ ਉੱਤੇ ਮੈਂ ਰੱਖਦਾ ਟੈਸਟ ਚਾਰਜ, ਤੇ ਆਹ ਉਹਦੇ ਪੋਜੀਸ਼ਨ ਵੈਕਟਰਸ ਨੇ। ਸੋਰਸ ਚਾਰਜ ਦਾ ਪੋਜੀਸ਼ਨ ਵੈਕਟਰ R' ਹੈ ਤੇ ਇਹਦਾ ਪੋਜੀਸ਼ਨ ਵੈਕਟਰ R ਹੈ। ਨਾਓ ਜਿਹੜੀ ਇਲੈਕਟ੍ਰਿਕ ਫੀਲਡ ਹੈ, ਬਾਈ ਡੈਫੀਨੇਸ਼ਨ ਆਪਾਂ ਹੁਣੇ ਪੜ੍ਹੀ, ਇਟ ਇਜ਼ ਫੋਰਸ ਪਰ ਯੂਨਿਟ ਚਾਰਜ। ਇਲੈਕਟ੍ਰੋਸਟੈਟਿਕ ਫੋਰਸ ਦਾ ਫਾਰਮੂਲਾ ਲਗਾਤਾ ਯੂਜ਼ਿੰਗ ਕੂਲਮਸ ਲਾ। ਉਹਦੇ 'ਚ Q0 ਆਉਣਾ ਸੀਗਾ, Q0 ਨਾਲ Q0 ਕੈਂਸਲ ਹੋ ਗਿਆ,
एंड यू गेट द एक्सप्रैशन फॉर दिस इलैक्ट्रिक फील्ड। तो ये जो एक्सप्रैशन है ये वैक्टर फॉर्म दे विच है एक्सप्रैशन फॉर द इलैक्ट्रिक फील्ड एट द पॉइंट P। अगर ਜਿਹੜਾ सोर्स चार्ज क्यू आ ये ओरिजन ते पिया इट इज़ प्लेसड एट द ओरिजन। अगर ओरिजन ते पिया है तो उस केस दे विच इलैक्ट्रिक फील्ड दा फार्मूला सिंपलीफाई होके आ बन जाएगा बिकॉज वी हैव टेकन R डैश इक्वल टू 0 एंड इहदा मैगनीट्यूड कितना आ जाएगा R वैक्टर इज इक्वल टू R मैगनीट्यूड इनटू इट्स यूनिट वैक्टर। सो मैगनीट्यूड नाल एक R कैंसल हो जाएगा K क्यू बाय R स्केयर इज द मैगनीट्यूड ऑफ द इलैक्ट्रिक फील्ड एट पॉइंट P। तो दिस वॉज पॉइंट चार्ज। ਹੁਣ ਕੀ ਹੈ ਜਿਹੜੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਮੇਨ ਕੁਐਸਚਨਸ ਆਉਂਦੇ ਨੇ ਇਸ ਚੈਪਟਰ ਦੇ ਵਿੱਚੋਂ ਉਹ ਹੈ ਇੱਕ ਤਾਂ ਇਲੈਕਟ੍ਰਿਕ ਫੀਲਡ ਡਿਊ ਟੂ ਯੂਨੀਫਾਰਮਲੀ ਚਾਰਜ ਇਨਫਾਈਨਾਈਟ ਵਾਇਰ। ਹੁਣ ਮੇਰੇ ਕੋਲ ਇੱਕ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਆ ਇੱਕ ਆ ਵਾਇਰ ਪਈ ਆ ਇਹ ਵਾਇਰ ਆ ਜਿਹੜੀ ਇਹ ਕਾਫੀ ਲੰਬੀ ਆ ਮਤਲਬ ਇਹ ਇੰਨੀ ਲੰਬੀ ਆ ਕਿ ਵੀ ਆਰ ਟੇਕਿੰਗ ਇਟ ਐਜ਼ ਫਰੋਮ ਮਾਈਨਸ ਇਨਫਿਨਿਟੀ ਟੂ ਇਨਫਿਨਿਟੀ ਲੈ ਰਹੇ ਆ। ਹੁਣ ਇਹ ਜਿਹੜੀ ਵਾਇਰ ਹੈ ਇਹ ਚਾਰਜ ਆ ਯੂਨੀਫਾਰਮਲੀ ਚਾਰਜ ਆ ਮਤਲਬ ਹਰ ਥਾਂ ਦੇ ਉੱਤੇ ਤੇ ਚਾਰਜ ਪਿਆ ਵਾ ਤੇ ਨਾ ਕਿਤੇ ਜ਼ਿਆਦਾ ਵਾ ਨਾ ਕਿਤੇ ਘੱਟ ਆ ਯੂਨੀਫਾਰਮਲੀ ਚਾਰਜ ਆ। ਹੁਣ ਇਸ ਵਾਇਰ ਕਰਕੇ ਪੁਆਇੰਟ P ਦੇ ਉੱਤੇ ਜਿਹੜਾ ਕਿ ਵਾਈ ਐਕਸਿਸ ਤੇ ਪਿਆ ਉਹਦੇ ਤੇ ਇਲੈਕਟ੍ਰਿਕ ਫੀਲਡ ਕਿੰਨੀ ਹੋਊਗੀ ਡੈਟ ਇਜ਼ ਆਵਰ ਕੁਐਸਚਨ। ਇਹ ਕੁਐਸਚਨ ਆ ਪੁਆਇੰਟ P ਦੇ ਆਪਾਂ ਡਿਸਟੈਂਸ ਲੈ ਲਿਆ ਵਾਇਰ ਤੋਂ R ਹੈ। ਤਰੀਕਾ ਕੀ ਹੁੰਦਾ ਵਾ ਇਹ ਕਿਉਂਕਿ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਆ ਆਪਾਂ ਇਹਨੂੰ ਇਸ ਤਰ੍ਹਾਂ ਤਾਂ 1 2 3 ਕਰਕੇ ਕਾਊਂਟ ਤਾਂ ਕਰ ਨਹੀਂ ਸਕਦੇ ਵੀ ਪਹਿਲਾ ਚਾਰਜ ਕਰਕੇ ਇੰਨੀ ਇਲੈਕਟ੍ਰਿਕ ਫੀਲਡ ਦੂਜੇ ਚਾਰਜ ਕਰਕੇ ਇੰਨੀ ਇਲੈਕਟ੍ਰਿਕ ਫੀਲਡ। ਸੋ ਕੰਟੀਨਿਊਟੀ ਦੇ ਵਿੱਚ ਸਾਨੂੰ ਆਹ ਤਰੀਕਾ ਅਸੀਂ ਅਪਣਾਉਂਦੇ ਹਾਂ ਡੈਟ ਇਜ਼ ਯੂ ਟੇਕ ਏ ਸਮੋਲ ਚਾਰਜ ਐਲੀਮੈਂਟ। ਅਸੀਂ ਉਸ ਵਾਇਰ ਦਾ ਸਮੋਲ ਚਾਰਜ ਐਲੀਮੈਂਟ ਲੈ ਲਿਆ dx ਉਹਦੀ ਲੈਂਥ ਹੈ dx ਤੇ ਉਸ ਚਾਰਜ ਐਲੀਮੈਂਟ ਕਰਕੇ ਪੁਆਇੰਟ P ਦੇ ਉੱਤੇ ਇਲੈਕਟ੍ਰਿਕ ਫੀਲਡ ਅਸੀਂ ਫਾਈਂਡ ਕਰਾਂਗੇ ਤੇ ਉਸ ਤੋਂ ਬਾਅਦ ਉਹਦਾ ਇੰਟੈਗਰਲ ਕਰਕੇ ਉਸ ਐਕਸਪ੍ਰੈਸ਼ਨ ਦਾ ਫਿਰ ਅਸੀਂ ਟੋਟਲ ਵਾਇਰ ਕਰਕੇ ਕਿੰਨੀ ਇਲੈਕਟ੍ਰਿਕ ਫੀਲਡ ਹੋਏਗੀ ਉਹ ਫਾਈਂਡ ਕਰ ਲਾਂਗੇ। ਸੋ ਪਹਿਲਾਂ ਸਮੋਲ ਚਾਰਜ ਐਲੀਮੈਂਟ ਕਰਕੇ ਇਲੈਕਟ੍ਰਿਕ ਫੀਲਡ ਕਿੰਨੀ ਹੋਊਗੀ ਉਹ ਆਪਾਂ ਪੜ੍ਹੀ ਆ ਬਾਈ ਡੈਫੀਨੇਸ਼ਨ ਆਪਾਂ ਹੁਣੇ ਪੁਆਇੰਟ ਚਾਰਜ ਕਰਕੇ ਪੜ੍ਹੀ ਸੀ। ਸਿਰਫ ਫਰਕ ਕੀ ਪਾਇਆ ਕਿਊ ਦੀ ਜਗ੍ਹਾ ਮੈਂ ਡੀ ਕਿਊ ਲਿਖ ਲਿਆ ਡੀ ਕਿਊ ਇਟ ਇਜ਼ ਦ ਚਾਰਜ ਔਨ ਦਿਸ ਸਮੋਲ ਚਾਰਜ ਐਲੀਮੈਂਟ। ਬਾਕੀ ਮੈਂ ਸਾਰਾ ਸੇਮ ਲਿਖਤਾ R ਮਾਈਨਸ R ਡੈਸ਼। ਹੁਣ R ਕੀ ਹੁੰਦਾ ਵਾ ਇਟ ਇਜ਼ ਦ ਪੋਜੀਸ਼ਨ ਵੈਕਟਰ ਆਫ ਓਬਜ਼ਰਵੇਸ਼ਨ ਪੁਆਇੰਟ ਉਹ ਇੱਥੇ ਕਿੰਨਾ ਵਾ R ਜੇ ਕੈਪ ਕਿਉਂਕਿ ਵਾਈ ਵਾਲੇ ਪਾਸੇ ਆ ਤੇ ਜਿਹੜਾ सोर्स चार्ज आ वो की आ चार्ज एलीमेंट ਇਹਦਾ डिस्टेंस कितना वा एक्स आई कैप कि एक्स एक्सिस वाले पासे आ। ਹੁਣ ਇੱਥੋਂ मैं डी क्यू ਦੀ ਵੈਲਿਊ ਜਿਹੜੀ ਆ ਉਹ ਆਪਾਂ ਨੂੰ ਪਤਾ ਹੈ ਇਟ ਇਜ਼ ਲੈਮਡਾ ਡੀ ਐਕਸ। ਲੈਮਡਾ ਕੀ ਹੁੰਦੀ ਹੈ ਲੀਨੀਅਰ ਚਾਰਜ ਡੈਂਸਿਟੀ। ਡੈਂਸਿਟੀ ਆਪਾਂ ਪੜ੍ਹਦੇ ਆ ਨਾ ਸਿੰਪਲ ਡੈਂਸਿਟੀਜ਼ ਆਪਾਂ ਪੜ੍ਹਦੇ ਆ ਮਾਸ ਪਰ ਯੂਨਿਟ ਵੋਲਿਊਮ ਪਰ ਇਹ ਲੀਨੀਅਰ ਚਾਰਜ ਡੈਂਸਿਟੀ ਕੀ ਹੈ ਚਾਰਜ ਪਰ ਯੂਨਿਟ ਲੈਂਥ। ਸੋ ਦਿਸ ਇਜ਼ ਲੈਮਡਾ क्रॉस मल्टीप्लाई करांगे तो डी क्यू की वैल्यू आ जाएगी। ये लैम्डा साढ़े को कॉन्स्टेंट आ बिकॉज वी हैव टेकन यूनीफॉर्मली चार्ज। यूनीफॉर्मली चार्ज आ मतलब ना किते लैम्डा ज़्यादा वा ना किते लैम्डा घट आ। तो ये सारिया वैल्यूज तुसीं इक्वेशन 1 च पुट कर दो। आर जे माइनस एक्स आई कैप दे मॉड का आ स्केयर हुंदा वा क्योंकि मैगनीट्यूड इस तरह लैने हुंदे आ वैक्टर का ते क्यूब ले लांगे स्केयर रूट का आ 3/2 आ गया। हुण ये तो मेरे को आ गई ड्यू टू स्मॉल चार्ज एलीमेंट। जे मैं टोटल इलैक्ट्रिक फील्ड फाइंड करनी आ तो आई विल टेक इंटीग्रेशन फ्रॉम माइनस इनफिनिटी टू इनफिनिटी क्योंकि एक्स की वैल्यू कितों तो कितों तक वेरी करती है फ्रॉम माइनस इनफिनिटी टू इनफिनिटी। नाउ वी जस्ट हैव टू सॉल्व दिस मैथमेटिकल स्टैप्स यही सॉल्व करने हैं। पहला की किया मैं जे कैप वाली टर्म अलग कर ली तो आई कैप वाली अलग कर ली। हुण तुसीं देखो जी पहली टर्म है ये ईवन फंक्शन है जे मैं एक्स की वैल्यू माइनस एक्स पुट कराँगा क्योंकि एक्स स्केयर इस करके सेम रहेगा। तो आप इंटीग्रेशन करते होंगे सी +2 दे विच जिहड़ा डेफिनेट इंटैगरल है उसकी वैल्यू ट्वाइस 0 to b आ जाती है जे वो ईवन फंक्शन है जिहड़ा कि फस्ट केस है। तो जिहड़ा सैकेंड केस है ये ऑड फंक्शन है क्योंकि जे मैं एक्स नू माइनस एक्स पुट कराँगा तो उपर न्यूमरेटर दे विच एक्स माइनस एक्स आ जाएगा। तो दिस इज़ ए ऑड फंक्शन। ऑड फंक्शन है जिहड़ा वो माइनस बी टू बी जिहड़ा कि इत्थे माइनस इनफिनिटी टू इनफिनिटी है वो 0 हुंदा है। तो दोनों डेफिनेट इंटैगरल के फॉर्मूले इत्थे यूज़ कर ले वी गैट दिस पोर्शन एज 0 आही वाला पोर्शन रह जाएगा ये भी मेरा 2i 0 to इनफिनिटी आ जाएगा। हुण इहनूं
ਆਪਾਂ ਜਸਟ ਸੋਲਵ ਕਰਨਾ। ਜਿਹੜਾ ਸੋਲਵ ਕਰਨਾ ਹੈ ਆਹ ਵਾਲਾ ਇੰਟੈਗਰਲ, ਉਹਦੇ ਲਈ ਸਟੈਂਡਰਡ ਪ੍ਰੋਸੀਜਰਸ ਨੇ, ਇਹ ਵੀ +2 'ਚ ਆਪਾਂ ਮੈਥਸ ਦੀ ਕਿਤਾਬ 'ਚ ਪੜ੍ਹਦੇ ਹਾਂ। ਸੋ ਇੱਕ ਪ੍ਰੋਸੀਜਰ ਹੈ ਸਬਸਟੀਟਿਊਸ਼ਨ ਵਾਲਾ। ਅਸੀਂ ਕੀ ਕੀਤਾ, ਐਕਸ ਨੂੰ r tan ਥੀਟਾ ਪੁੱਟ ਕਰਤਾ, ਡੈਰੀਵੇਟਿਵ ਲੈ ਲਿਆ r ਸੀਕੈਂਟ ਸਕੁਏਅਰ ਥੀਟਾ ਡੀ ਥੀਟਾ, ਤੇ ਇਹਨੂੰ ਸੋਲਵ ਕਰ ਲਓ। ਤੇ ਇਹ ਸਾਰਾ ਸੋਲਵ ਤੁਹਾਡੇ ਬੁੱਕ ਦੇ ਵਿੱਚ ਕੀਤਾ ਹੋਇਆ ਮੈਂ ਉਹਨੂੰ ਡਿਟੇਲ 'ਚ ਸੋਲਵ ਨਹੀਂ ਕੀਤਾ ਹੈਗਾ, ਕਿਉਂਕਿ ਆਲ ਦੀਸ ਥਿੰਗਸ ਆਰ ਯੂ ਹੈਵ ਡਨ ਇਨ ਯੋਰ ਦਿਸ ਮੈਥਮੈਟਿਕ ਕਲਾਸ। ਤੇ ਬੁੱਕ ਦੇ ਵਿੱਚ ਸਟੈਪਸ ਦੇਖ ਲਿਓ, ਅਗਰ ਕੋਈ ਨਾ ਸਮਝ ਲੱਗਿਆ ਪੁੱਛ ਲਿਓ। ਤੇ ਉੱਥੋਂ ਤੁਹਾਡੇ ਕੋਲ ਇਹ ਇਲੈਕਟ੍ਰਿਕ ਫੀਲਡ ਦਾ ਐਕਸਪ੍ਰੈਸ਼ਨ ਆ ਜਾਏਗਾ। ਕੀ ਆਇਆ ਐਕਸਪ੍ਰੈਸ਼ਨ, 2 ਲੈਮਡਾ ਡਿਵਾਈਡਡ ਬਾਈ ਆਰ ਕੇ। ਕੇ ਦੀ ਵੈਲਿਊ ਆਪਾਂ ਨੂੰ ਪਤਾ 1/4 ਪਾਈ ਐਪਸਾਈਲਨ ਨੋਟ। ਸੋ ਦਿਸ ਇਜ਼ ਦ ਰਿਕੁਆਇਰਡ ਐਕਸਪ੍ਰੈਸ਼ਨ ਆਫ ਇਲੈਕਟ੍ਰਿਕ ਫੀਲਡ ਐਟ ਪੁਆਇੰਟ P। ਨਾਓ ਸਿਮਿਲਰਲੀ ਅਗਰ ਮੇਰੇ ਕੋਲ ਉੱਥੇ ਤਾਂ ਸੀਗੀ ਇੱਕ ਵਾਇਰ, ਸਿੰਪਲ ਵਾਇਰ ਪਈ ਸੀਗੀ -ਇਨਫਿਨਿਟੀ ਟੂ ਇਨਫਿਨਿਟੀ, ਜੇ ਉਹਦੀ ਜਗ੍ਹਾ ਮੇਰੇ ਕੋਲ ਸਰਕੂਲਰ ਰਿੰਗ ਆ, ਰਿੰਗ ਜਿਹੜੀ ਹੁੰਦੀ ਆ ਉਹ ਸਰਕੂਲਰ ਸ਼ੇਪ ਦੇ ਵਿੱਚ ਆ ਤੇ XY ਪਲੇਨ ਦੇ ਵਿੱਚ ਉਹ ਪਈ ਆ, ਤੇ ਜਿਹੜਾ Z ਐਕਸਿਸ ਆ ਉਹਦੀਆਂ ਐਕਸਿਸ ਹੋ ਜਾਣਗੀਆਂ ਉਸ ਸਰਕੂਲਰ ਰਿੰਗ ਦੀਆਂ, ਰਾਈਟ। ਸੋ XY ਪਲੇਨ ਦੇ ਵਿੱਚ ਰਿੰਗ ਪਈ ਆ ਤੇ ਆ ਜਿਹੜਾ Z ਐਕਸਿਸ ਆ ਇਹ ਉਹਦੇ ਪਰਪੈਂਡੀਕੂਲਰ ਆ, ਕਿਉਂਕਿ ਇਹ ਫਿਗਰ ਆਪਾਂ ਪੇਜ ਦੇ ਉੱਤੇ ਸ਼ੋਅ ਕਰ ਰਹੇ ਹਾਂ। ਸੋ ਪੇਜ ਦੇ ਉੱਤੇ 3 ਡਾਇਮੈਂਸ਼ਨਲ ਫਿਗਰ ਇਸੇ ਤਰ੍ਹਾਂ ਹੀ ਬਣੇਗੀ। ਸੋ ਤਰੀਕਾ ਸੇਮ ਆ। ਸਭ ਤੋਂ ਪਹਿਲਾਂ ਮੈਂ ਪੁਆਇੰਟ P ਲਵਾਂਗਾ, ਆਬਜ਼ਰਵੇਸ਼ਨ ਪੁਆਇੰਟ, ਜਿੱਥੇ ਕਿ ਮੈਂ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ ਆ। ਸੋ ਪਹਿਲਾਂ ਮੈਂ ਇਲੈਕਟ੍ਰਿਕ ਫੀਲਡ ਫਾਈਂਡ ਕਰਾਂਗਾ ਡਿਊ ਟੂ ਦਿਸ ਸਮਾਲ ਦਿਸ ਚਾਰਜ ਐਲੀਮੈਂਟ AB ਚਾਰਜ ਐਲੀਮੈਂਟ ਕਰਕੇ ਕਿੰਨੀ ਹੋਏਗੀ ਇਲੈਕਟ੍ਰਿਕ ਫੀਲਡ ਪੁਆਇੰਟ P ਦੇ ਉੱਤੇ। ਬਾਈ ਡੈਫੀਨੇਸ਼ਨ ਆਪਾਂ ਨੂੰ ਪਤਾ ਦਿਸ ਇਜ਼ K dq r - r ਡੈਸ਼, ਇਹਦੇ ਬਰਾਬਰ ਆ। ਹੁਣ DQ ਕੀ ਹੈ, DQ ਹੈ ਕਿ AB ਇੰਨੇ ਪੋਰਸ਼ਨ 'ਚ ਕਿੰਨਾ ਚਾਰਜ ਆ। ਸੋ ਇਹ ਵੀ ਜਿਹੜਾ ਚਾਰਜ ਆ ਇੱਕ ਲਾਈਨ ਦੇ ਵਿੱਚ ਜਾਂ ਇੱਕ ਕਰਵ ਦੇ ਵਿੱਚ ਡਿਸਟਰੀਬਿਊਟਡ ਆ, ਇਸ ਕਰਕੇ ਇੱਥੇ ਵੀ ਮੈਂ ਲਾਈਨ ਚਾਰਜ ਹੀ ਲਵਾਂਗਾ ਲੈਮਡਾ। ਸੋ ਇਟ ਇਜ਼ ਚਾਰਜ ਪਰ ਯੂਨਿਟ ਲੈਂਥ ਕਿੰਨੀ ਹੈ dr ਡੈਸ਼। ਉੱਥੋਂ ਮੇਰੇ ਕੋਲ ਲੈਮਡਾ ਦੀ ਵੈਲਿਊ ਆ ਗਈ, ਤੇ dr ਡੈਸ਼ ਆ ਜਿਹੜਾ ਉਹ ਮੈਂ ਅਗਰ ਆਹ ਏਰੀਆ ਸੈਗਮੈਂਟ ਫਾਰਮੂਲਾ ਲਗਾਊਂਗਾ, ਸਰਕਲ ਦਾ ਆਰਕ ਫਾਰਮੂਲਾ, ਤਾਂ ਉੱਥੋਂ ਡੀ ਥੀਟਾ ਕੀ ਆ ਜਾਏਗਾ dr ਡੈਸ਼ ਬਾਈ ਏ। ਉਸੇ ਤਰ੍ਹਾਂ ਦੇਖੋ ਇੱਥੇ ਆਰਕ ਬਣ ਗਈ ਨਾ, ਆਰਕ ਆਫ ਏ ਸਰਕਲ, ਸੋ ਡੀ ਥੀਟਾ ਇਜ਼ dr ਡੈਸ਼ ਬਾਈ ਏ ਇਜ਼ ਦ ਰੇਡੀਅਸ ਆਫ ਦੀ ਰਿੰਗ। ਸੋ ਏ ਡੀ ਥੀਟਾ ਆ ਗਿਆ, ਉੱਥੋਂ ਡੀ ਕਿਊ ਦੀ ਆ ਵੈਲਿਊ ਆ ਗਈ। ਇਹ ਵੈਲਿਊ ਮੈਂ ਪੁੱਟ ਕਰਾਂਗਾ ਡੀ ਕਿਊ ਦੇ ਵਿੱਚ। ਆਰ ਕੀ ਹੈ, ਆਬਜ਼ਰਵੇਸ਼ਨ ਪੁਆਇੰਟ, ਸੋ ਇਹਦਾ ਹੈਗਾ ਜ਼ੈਡ ਕੇ ਕੈਪ, ਹੈ ਨਾ। ਆਬਜ਼ਰਵੇਸ਼ਨ ਪੁਆਇੰਟ ਕੀ ਹੈ ਜ਼ੈਡ ਕੇ ਕੈਪ। ਤੇ ਆਰ ਡੈਸ਼ ਕੀ ਚੀਜ਼ ਹੈ, ਆਰ ਡੈਸ਼ ਤੁਸੀਂ ਦੇਖੋ ਕਿ XY ਪਲੇਨ ਦੇ ਵਿੱਚ ਅਗਰ ਕੋਈ ਮੇਰੇ ਕੋਲ ਪੋਜੀਸ਼ਨ ਵੈਕਟਰ ਹੈ ਆਰ ਡੈਸ਼, ਇਟ ਕੈਨ ਬੀ ਰਿਜ਼ੋਲਵਡ ਇਨਟੂ 2 ਕੰਪੋਨੈਂਟਸ। ਇੱਕ ਇਧਰਲਾ ਹੌਰੀਜ਼ੌਂਟਲ ਕੰਪੋਨੈਂਟ ਆ ਜਾਏਗਾ A cos ਥੀਟਾ ਆਈ ਕੈਪ, ਤੇ ਵਰਟੀਕਲ ਕੰਪੋਨੈਂਟ ਜਾਂ Y ਐਕਸਿਸ ਵਾਲਾ ਕੰਪੋਨੈਂਟ ਆ ਜਾਏਗਾ A cos ਥੀਟਾ A sin ਥੀਟਾ J ਕੈਪ। तो मैं ये दोनों लिख ली। तो सारिया वैल्यूज मैं इक्वेशन 1 पुट करती हैं, यू गेट दिस एक्सप्रेशन फॉर दिस स्मॉल इलैक्ट्रिक फील्ड DE। सो नैक्सट स्टैप है आई हैव टू इंटैग्रेट। सेम तरीका कि हुण मैं सारी रिंग करके फाइंड करना, दैन यू विल टेक ऑल द 3 टर्म्स एज सैपरेट। पहला एक टर्म आ गई डी थीटा वाली, जेड के कैप वाला कॉन्स्टेंट से बाहर रख लिया, आ भी सारा के ए लैमडा जेड स्केयर प्लस ए स्केयर कॉन्स्टेंट है, ये मैं सारा कुछ बाहर रख लिया। ये रेडियस आ इन्हें भी चेंज नहीं होना, तो ऑब्जरवेशन पॉइंट आप फिक्स किया होया वा, इन्हें भी चेंज नहीं होना। तो थीटा चेंज होएगा, थीटा कितों तो कितों तक जाएगा, ध्यान ना देखो, रिंग है थीटा अगर एक्स एक्सिस तो शुरू होएगा तो पूरा एंटी क्लॉकवाइज जाके द्वार तो ये इत्थे ही खत्म हो जाएगा एक्स एक्सिस पे। तो टोटल ये एंगल कितना हो गया 2 पाई, तो 0 तो 2 पाई ਇਹਦਾ एंगल हो जाएगा। नाउ जे ये 0 तो 2 पाई एंगल आ तो फिर मैं लिमिट्स इन्होंने सारिया दियाँ थीटा दियाँ आही लिख लिया। हुण असीं सॉल्व करना सिंपल है, डी थीटा का इंटैग्रल थीटा होएगा जो मैं लिमिट्स पुट की 2 पाई माइनस 0 2 पाई, कॉस थीटा का इंटैग्रल साइन थीटा का इंटैग्रल माइनस कॉस थीटा। तो सिंपल तुसीं फाइंड कर लियो तो इलैक्ट्रिक फील्ड की तुहाडे कोल ये वैल्यू आ जाएगी। ये लैमडा दे विच आई आ, अगर मैं इनू इन टर्म्स ऑफ चार्ज दे फाइंड करना, क्योंकि लैमडा वा जिहड़ा वो लीनियर चार्ज डेंसिटी आ, वो आपां लिख सकते हैं टोटल चार्ज ऑन द रिंग ओवर टोटल सरकमफ्रेंस। तो टोटल चार्ज अगर क्यू आ पूरे सर्कुलर रिंग ते सरकमफ्रेंस है 2 पाई ए, वो तुसीं इक्वेशन 3 च पुट करो, यू गेट अनदर फॉर्म ऑफ इलैक्ट्रिक फील्ड। तो दिस इज द इलैक्ट्रिक फील्ड ड्यू टू सर्कुलर रिंग। जे मैं Z 0 पुट करदा तो तुसीं देखोगे कि इलैक्ट्रिक फील्ड की वैल्यू 0 आ जाएगी। Z 0 का मतलब की है
कि नाउ इलैक्ट्रिक फील्ड एट द सेंटर, क्योंकि आ देखो पॉइंट पी का Z0 मैं कर देवां तो पॉइंट पी विल कोइंसाइड विद पॉइंट ओ इज़ द सेंटर के उत्ते इलैक्ट्रिक फील्ड 0 होएगी ड्यू टू दिस सर्कुलर रिंग। सो ये स्मॉल क्वेश्चन आ सकते हैं, कंसैप्चुअल क्वेश्चनस। नाउ हुण जिहड़ा एक नुमैरिकल है बड़ी बार पेपर च आउंदा कि वी हैव ए रिंग ऑफ रेडियस ए, ते फाइंड करो वो वाला डिस्टेंस, डैट डिस्टेंस ऑफ पॉइंट ऑन एक्सिस ऑफ रिंग फ्रॉम इट्स सेंटर वेयर इलैक्ट्रिक फील्ड इज मैक्सीमम। कहते तुसीं जैड एक्सिस के उत्ते जिहड़ी उहदी एक्सिस ने वो वाला पॉइंट फाइंड करके दो जिथे उहदी इलैक्ट्रिक फील्ड मैक्सीमम आएगी। मतलब आपां Z की वैल्यू फाइंड करनी है, वो Z जिथे इलैक्ट्रिक फील्ड मैक्सीमम होएगी। ते सैकेंड पार्ट पुछया वा कि मैनू उस मैक्सीमम इलैक्ट्रिक फील्ड की वैल्यू भी फाइंड करके दो। तो एक एक करके कढ़ लाँगे। इलैक्ट्रिक फील्ड आप फाइंड की हुई है, ये इलैक्ट्रिक फील्ड का कोई भी पॉइंट पी ते आ सकती है। हुण मैक्सीमम इलैक्ट्रिक फील्ड का फॉर्मूला होंदा मैक्सीमा का कि इलैक्ट्रिक फील्ड विल बी मैक्सीमम वैन इट्स डेरीवेटिव विद रिस्पैक्ट टू Z एक्सिस विल बी 0। ये मैक्सीमा की कंडीशन है। सो मैं ई की वैल्यू आ पुट करती, इत्थे आह बाकी तो कॉन्सटेंट सी मैं ये तो जरूरत नहीं हैगी, डैट कैन बी टेकन अंडर 0 तो 0 हो जाएगा। तो आ जरा मेरे को U/V फार्मूला बन गया। तो U/V फार्मूला का डेरीवेटिव लगाया तो U का V का स्केयर दैन V एज इट इज़ U का डेरीवेटिव दैन U एज इट इज़ V का डेरीवेटिव। तो डेरीवेटिव से ध्यान ना लेने हैं। तो इत्थों आ कुछ टर्म कॉमन आ जाएगी, इनू सॉल्व करियो तो Z की वैल्यू आ गई +-A/√2। सो ये जो डिस्टेंस है दैट इज़ फ्रॉम द रिंग। माइनस है कि नैगेटिव Z एक्सिस वाले पासे, प्लस है पॉजिटिव Z एक्सिस वाले पासे। सो इस डिस्टेंस के उत्ते जिहड़ा होएगा इहदा इलैक्ट्रिक फील्ड वो मैक्सीमम होएगी। तो कितनी होएगी ये वैल्यू तुसीं फाइंड कर सकते हो, क्योंकि जिहड़ा तुहाडे कोल इलैक्ट्रिक फील्ड का फॉर्मूला है जिथे जिथे उत्थे Z आंदा आ उत्थे A/√2 पुट कर दो, तो उन्होंने सॉल्व करोगे, सॉल्व करके दैट इज़ द मैक्सिमम वैल्यू ऑफ E। नाउ इलैक्ट्रिक फील्ड ड्यू टू सर्कुलर डिस्क। देखो बच्चों जी सर्कुलर डिस्क है वो तो रिंग च की फर्क है, जो सर्कुलर डिस्क है ये अंदरों भी सॉलिड है, इट इज़ नॉट हॉलो। डिस्क जी है डैट इज़ सॉलिड फ्रॉम इनसाइड। तो डिस्क ਨੂੰ ਸੋਲਵ ਕਰਨ ਦੇ ਲਈ ਅਸੀਂ ਕਿਸ ਤਰ੍ਹਾਂ ਦੇ ਨਾਲ ਪੁਆਇੰਟ P ਦੇ ਉੱਤੇ ਇਲੈਕਟ੍ਰਿਕ ਫੀਲਡ ਫਾਈਂਡ ਕਰਾਂਗੇ। ਇਹਦੇ ਥੋੜਾ ਜਿਹਾ ਸਟੈਪ ਦੇ ਵਿੱਚ ਫਰਕ ਹੈ। ਅਸੀਂ ਰਿੰਗ ਦਾ ਫਾਰਮੂਲਾ ਡਾਇਰੈਕਟਲੀ ਯੂਜ਼ ਕਰਾਂਗੇ। ਧਿਆਨ ਨਾਲ ਦੇਖੋ, ਇੱਕ ਸਮਾਲ ਪੋਰਸ਼ਨ ਲੈ ਲਿਆ ਮੈਂ ਡਿਸਕ ਦਾ। ਦਿਸ ਸਮਾਲ ਐਨੂਲਰ ਰਿੰਗ ਇਟ ਇਜ਼ ਸੇਮ ਲਾਈਕ ए ਸਰਕੂਲਰ ਰਿੰਗ। तो इस सर्कुलर रिंग करके पॉइंट P ते इलैक्ट्रिक फील्ड कितनी होएगी डैट आई हैव ऑलरेडी सॉल्वड। फर्क की पाया, सिर्फ Q की जगह मैं DQ लिख लिया तो A की जगह R' लिख लिया। ठीक है, R' इज द रेडियस ऑफ दिस एनुलर रिंग। तो DQ इट इज सिग्मा DS। हुण ध्यान नाल ही देखना कि नाउ आई एम डीलिंग विद सरफेस। देखो बच्चों इत्थे कर्व नहीं हैगा, नाउ वी आर डीलिंग विद ए सरफेस। इसकी कोई विड्थ आ इहदा रेडियस हैगा R' ते विड्थ हैगी DR'। तो उस केस दे विच जिहड़ी सरफेस चार्ज डेंसिटी है डैट विल बी चार्ज पर यूनिट सरफेस। हुण इत्थे लैम्डा नहीं लै सकदे बिकॉज नाउ देयर इज सम थिकनेस। हुण जिहड़ा हैगा सरफेस वो एनुलर रिंग का कितना हो जाएगा डैट इज दी सरकमफ्रेंस 2πr' इंटू थिकनेस DR'। सो ये जिहड़ा सरफेस है ये किहदा आया वा आ शेडड पोर्शन का एनुलर रिंग का। तो ਉਹਦੇ करके फिर DQ की वैल्यू कितनी हो जाएगी सिग्मा इंटू DS। ये वैल्यू बनी बनाई DQ की पुट कर दो, नाल ही जो आह सारा कुछ है इसका हुण आपां इंटैगरल लवांगे क्योंकि वो तो एनुलर रिंग करके आया वा। हुण आपां टोटल डिस्क करके फाइंड करना। सो जिहड़ा रेडियस है वो R' वो हुण पहलां R' सीगा ते वध तो वध कितना हो सकता डिस्क का A, घट तो घट कितना हो सकता O। तो R' इज़ वेरिंग फ्रॉम 0 टू O। Z तो ऑब्जरवेशन पॉइंट का डिस्टेंस है, इट इज़ फिक्सड कॉन्सटेंट ने बाहर लिख लिया, आ मेरे को इंटैगरल आ गया। सो बस मेन तो तुहाडा जिहड़ा मेन है काम वो इंटैगरल सॉल्व करन दा है। सो ये इंटैगरल सॉल्व करने का एक आ तरीका है सबस्टिट्यूशन वाला कि मैं Z² प्लस R' T लिख लिया, इसका डेरीवेटिव लिया 2R' क्योंकि Z² का कॉन्सटेंट है, इसका डेरीवेटिव 0 आ जाएगा DT आ जाएगा। सो ये वैल्यू मैं ये पुट करती, नाल ही फिर लिमिट्स भी चेंज होणगियां। जे R' 0 आ
ਤਾਂ ਤੁਹਾਡੇ ਕੋਲ ਟੀ ਕਿੰਨਾ ਆ ਜਾਏਗਾ ਜ਼ੈਡ ਸਕੇਅਰ। ਜੇ ਆਰ ਡੈਸ਼ ਤੁਹਾਡੇ ਕੋਲ ਏ ਹੈ ਤਾਂ ਜ਼ੈਡ ਕਿੰਨਾ ਔਰ ਟੀ ਕਿੰਨਾ ਆ ਜਾਏਗਾ ਜ਼ੈਡ ਸਕੇਅਰ ਪਲੱਸ ਏ ਸਕੇਅਰ। ਸੋ ਇਹਨੂੰ ਸੋਲਵ ਕਰਿਓ, ਸਾਰੇ ਸਟੈਪਸ ਮੈਂ ਇੱਥੇ ਕੀਤੇ ਹੋਏ ਨੇ, ਐਂਡ ਯੂ ਵਿਲ ਗੈਟ ਦਾ ਡਿਜ਼ਾਇਰਡ ਰਿਜ਼ਲਟ ਆਫ ਇਲੈਕਟ੍ਰਿਕ ਫੀਲਡ। ਜੇ ਮੇਰੇ ਕੋਲ ਇਨਫਾਈਨਾਈਟ ਸ਼ੀਟ ਹੈ, ਇਨਫਾਈਨਾਈਟ ਸ਼ੀਟ ਮਤਲਬ ਵੀ ਸ਼ੀਟ ਕਾफ़ੀ ਵੱਡੀ ਹੈ, ਇਹਦਾ ਮਤਲਬ ਉਹਦਾ ਰੇਡੀਅਸ ਆਬਜ਼ਰਵੇਸ਼ਨ ਪੁਆਇੰਟ ਨਾਲੋਂ ਬਹੁਤ ਜ਼ਿਆਦਾ ਹੈ, ਤਾਂ ਉਸ ਕੇਸ ਦੇ ਵਿੱਚ ਆ ਮੈਂ ਜ਼ੈਡ ਦੇ ਅੰਦਰ ਲੈ ਗਿਆ ਬ੍ਰੈਕਟ ਦੇ ਵਿੱਚ, ਇਹ ਕਿਉਂਕਿ ਜ਼ਿਆਦਾ ਹੈ ਸੋ ਆਹ ਵਾਲੀ ਟਰਮ ਹੈ ਜਿਹੜੀ ਡੈਟ ਵਿਲ ਬਿਕਮ ਜ਼ੀਰੋ ਬਿਕੋਜ਼ ਡਿਨੋਮੀਨੇਟਰ ਇਜ਼ ਵੈਰੀ ਲਾਰਜ। ਸੋ ਆਹੀ ਟਰਮ ਰਹਿ ਗਈ। ਮੋਡ ਆਫ ਜ਼ੈਡ ਹੈ, ਅਗਰ ਤਾਂ ਜ਼ੈਡ ਪੋਜ਼ਿਟਿਵ ਲੈਂਦੇ ਆ ਤਾਂ ਪੋਜ਼ਿਟਿਵ ਵੈਲਿਊ ਆਏਗੀ, ਅਗਰ ਮੋਡ ਆਫ ਜ਼ੈਡ ਦੀ ਵੈਲਿਊ ਨੈਗੇਟਿਵ ਜ਼ੈਡ ਹੈ ਤਾਂ ਉਹ ਜ਼ੈਡ ਨੈਗੇਟਿਵ ਆਏਗਾ ਮੋਡ ਆਫ ਜ਼ੈਡ, ਰਾਈਟ। ਤੋ ਦੋਨੇ ਕੇਸਿਸ ਬਣ ਗਏ ਮੇਰੇ ਕੋਲ। ਜੇ ਤਾਂ ਮੈਂ ਪੁਆਇੰਟ ਪੀ ਆ ਜਿਹੜਾ ਪੋਜ਼ਿਟਿਵ ਜ਼ੈਡ ਐਕਸਿਸ 'ਤੇ ਲੈਣਾ ਤਾਂ ਇਲੈਕਟ੍ਰਿਕ ਫੀਲਡ ਇੰਨੀ ਆਏਗੀ, ਜੇ ਮੈਂ ਨੈਗੇਟਿਵ ਜ਼ੈਡ ਐਕਸਿਸ 'ਤੇ ਲੈਣਾ ਤਾਂ ਇਲੈਕਟ੍ਰਿਕ ਫੀਲਡ ਇੰਨੀ ਆਏਗੀ -σ/2 ਐਪਸਾਈਲਨ ਨੋਟ ਕੇ ਕੈਪ। ਅਤੇ ਜਾਏਗੀ ਉਹ ਉਸ ਤੋਂ ਰੇਡਲੀ ਆਊਟਵਰਡਸ ਹੀ ਜਾਏਗੀ। ਸੋ ਦਿਸ ਵਾਜ਼ ਆਲ ਅਬਾਊਟ this electric field due to circular disk. So thank you all of you.